ਸਤਿ ਸ਼੍ਰੀ ਅਕਾਲ ਬੱਚਿਓ, ਕਿੱਦਾਂ ਹੋ ਤੁਸੀਂ ਸਾਰੇ। ਅੱਜ ਅਸੀਂ ਪੰਜਾਬੀ ਦਾ 7th ਕਲਾਸ ਦਾ ਸੈਕਿੰਡ ਲੈਸਨ ਕਰਨ ਜਾ ਰਹੇ ਹਾਂ, ਆਗਿਆਕਾਰੀ ਬੱਚਾ। ਤੁਹਾਡਾ ਫਸਟ ਲੈਸਨ ਦੇ ਬੁੱਕ ਵਰਕ ਕੁਐਸਚਨ ਆਨਸਰ ਸਾਰੇ ਕੰਪਲੀਟ ਹੋ ਚੁੱਕੇ ਹੈ ਤੇ ਹੁਣ ਅਸੀਂ ਸੈਕਿੰਡ ਲੈਸਨ ਕਰਦੇ ਹਾਂ। ਆਗਿਆਕਾਰੀ ਬੱਚੇ ਦਾ ਮਤਲਬ ਕੀ ਹੁੰਦਾ ਆ? ਜਿਹੜੇ ਆਪਣੇ ਮਾਤਾ ਪਿਤਾ ਦੀ ਹਰ ਆਗਿਆ ਦਾ, ਮਾਤਾ ਪਿਤਾ ਦੀ, ਗੁਰੂਆਂ ਦੀ, ਆਪਣੇ ਸਾਰੇ ਵੱਡਿਆਂ ਦੀ ਕਹਿਣਾ ਮੰਨਦਾ ਹੋਵੇ, ਉਸਨੂੰ ਕੀ ਕਹਿੰਦੇ ਆ? ਆਗਿਆਕਾਰੀ ਬੱਚਾ। ਇਸ ਪਾਠ ਦੇ ਅੰਦਰ ਵੀ ਇਸੇ ਚੀਜ਼ ਬਾਰੇ ਦੱਸਿਆ ਗਿਆ ਹੈ ਕਿ ਪੁਰਾਣੇ ਜ਼ਮਾਨੇ 'ਚ ਤੇ ਅੱਜ ਦੇ ਸਮੇਂ ਦੇ ਵਿੱਚ ਜਿਹੜੇ ਬੱਚੇ ਹੁੰਦੇ ਹਨ ਉਹ ਕਿੰਨੇ ਆਗਿਆਕਾਰੀ ਹਨ, ਉਸ ਦੇ ਵਿੱਚ ਫਰਕ ਦੱਸਿਆ ਗਿਆ ਹੈ। ਅੱਜ ਬੱਚਿਆਂ ਨੂੰ ਪਤਾ ਨਹੀਂ ਕਿ ਮਾਰ ਵੰਗ ਗਈ ਏ, ਕਹਿਣਾ ਹੀ ਨਹੀਂ ਮੰਨਦੇ। ਕੁਝ ਅਧਿਆਪਕ ਬੈਠੇ ਆਪਸ ਵਿੱਚ ਗੱਲਾਂ ਕਰ ਰਹੇ ਸਨ ਕਿ ਕੁਝ ਅਧਿਆਪਕ ਬੈਠੇ ਸੀ, ਜਿਵੇਂ ਸਟਾਫ ਰੂਮ 'ਚ ਬੈਠਦੇ ਸਾਰੇ ਟੀਚਰਸ ਬੈਠਦੇ ਨੇ, ਇੱਦਾਂ ਹੀ ਕੁਝ ਅਧਿਆਪਕ ਬੈਠੇ ਸੀ ਅਤੇ ਉਹ ਗੱਲਾਂ ਕਰਦੇ ਪਏ ਸੀ ਕਿ ਅੱਜ ਕੱਲ੍ਹ ਦੇ ਬੱਚਿਆਂ ਨੂੰ ਮਾਰ ਦਾ ਕੋਈ ਫਰਕ ਨਹੀਂ ਪੈਂਦਾ। ਉਹ ਅੱਜ ਕੱਲ੍ਹ ਦੇ ਬੱਚੇ ਕਿਸੇ ਦਾ ਕੋਈ ਕਹਿਣਾ ਨਹੀਂ ਮੰਨਦੇ। ਇਹੀ ਗੱਲ ਮੈਡਮ ਨੀਰਜਾ ਨੇ ਚੌਥੀ ਜਮਾਤ ਦੇ ਬੱਚਿਆਂ ਨੂੰ ਆਖ ਕੇ ਕਹੀ। ਸ਼ਰਾਰਤੀ ਬੱਚੇ ਤਾਂ ਮੈਡਮ ਦੀ ਗੱਲ ਸੁਣ ਕੇ ਮੂੰਹ ਛੁਪਾ ਕੇ ਹੱਸਣ ਲੱਗੇ, ਪਰੰਤੂ ਆਗਿਆਕਾਰੀ ਬੱਚੇ ਬੋਲੇ, ਮੈਡਮ ਜੀ ਅਜਿਹੀ ਗੱਲ ਨਹੀਂ ਹੈ, ਤੁਹਾਨੂੰ ਕੋਈ ਭੁਲੇਖਾ ਲੱਗਿਆ ਹੈ। ਅਸੀਂ ਤਾਂ ਮੰਮੀ ਪਾਪਾ, ਦਾਦਾ ਦਾਦੀ, ਅਧਿਆਪਕਾਂ ਦਾ ਹਰੇਕ ਕਹਿਣਾ ਮੰਨਦੇ ਹਾਂ। ਮੈਡਮ ਨੇ ਨੀਰਜਾ ਮੈਮ ਨੇ ਕਲਾਸ 'ਚ ਆ ਕੇ ਚੌਥੀ ਜਮਾਤ ਦੇ ਬੱਚਿਆਂ ਨੂੰ ਕਿਹਾ ਕਿ ਅੱਜ ਕੱਲ੍ਹ ਦੇ ਬੱਚੇ ਕਿਸੇ ਦਾ ਕੋਈ ਕਹਿਣਾ ਨਹੀਂ ਮੰਨਦੇ। ਤਾਂ ਸ਼ਰਾਰਤੀ ਬੱਚੇ ਸੀ ਜਿਹੜੇ, ਉਹ ਮੈਡਮ ਦੀ ਗੱਲ ਸੁਣ ਕੇ ਹੱਸਣ ਲੱਗੇ, ਅਤੇ ਜਿਹੜੇ ਆਗਿਆਕਾਰੀ ਬੱਚੇ ਸੀ ਉਹ ਕਹਿਣ ਲੱਗੇ ਕਿ ਇਹੋ ਜਿਹੀ ਕੋਈ ਗੱਲ ਨਹੀਂ, ਅਸੀਂ ਤਾਂ ਸਾਰਿਆਂ ਦਾ ਕਹਿਣਾ ਮੰਨਦੇ ਹਾਂ। ਬੱਚਿਓ, ਮੈਂ ਤੁਹਾਡੀ ਗੱਲ ਨਹੀਂ ਕਰ ਰਹੀ, ਮੈਂ ਤਾਂ ਸਮਾਜ ਵਿੱਚ ਜੋ ਹੋ ਰਿਹਾ ਹੈ ਉਸ ਬਾਰੇ ਕਹਿ ਰਹੀ ਹਾਂ। ਕਦੀ ਸਮਾਂ ਸੀ ਜਦੋਂ ਬੱਚੇ ਅੱਖਾਂ ਮੀਚੀ ਬਿਨਾਂ ਕਿਸੇ ਹੀਲ ਹੁਜਤ ਤੇ ਮਾਪਿਆਂ ਦਾ ਕਹਿਣਾ ਮੰਨ ਲੈਂਦੇ ਸਨ। ਮੈਮ ਕਹਿਣ ਲੱਗੀ ਕਦੇ ਪੁਰਾਣੇ ਸਮੇਂ ਵਿੱਚ ਇਹੋ ਜਿਹਾ ਵੀ ਸਮਾਂ ਸੀ ਕਿ ਬੱਚੇ ਆਪਣੀ ਅੱਖਾਂ ਮੀਚ ਕੇ ਮਤਲਬ ਕਿ ਸਾਰਾ ਕੁਛ ਬਿਨਾਂ ਕਿਸੇ ਹੀਲ ਹੁਜਤ ਦੇ, ਬਿਨਾਂ ਕਿਸੇ ਨਾ ਨੁੱਕਰ ਦੇ ਆਪਣੇ ਮਾਪਿਆਂ ਦੀ ਕਹੀ ਹੋਈ ਹਰ ਇੱਕ ਗੱਲ ਨੂੰ ਮੰਨ ਲੈਂਦੇ ਸੀ। ਜਿਵੇਂ ਸ਼੍ਰੀ ਰਾਮ ਮਾਤਾ ਕੇਕਈ ਦਾ ਕਹਿਣਾ ਮੰਨ ਕੇ 14 ਸਾਲਾਂ ਦਾ ਬਨਵਾਸ ਕੱਟਣ ਲਈ ਚਲੇ ਗਏ। ਇਸ ਤਰ੍ਹਾਂ ਤੁਸੀਂ ਸ਼ਰਵਣ ਦਾ ਵੀ ਨਾਂ ਸੁਣਿਆ ਹੋਵੇਗਾ, ਜਿਸ ਨੇ ਆਪਣੇ ਅੰਨੇ ਮਾਤਾ ਪਿਤਾ ਨੂੰ ਵੰਗੀ ਵਿੱਚ ਬਿਠਾ ਕੇ ਪੈਦਲ ਚੱਲ ਕੇ ਤੀਰਥ ਯਾਤਰਾ ਕਰਵਾਈ ਸੀ। ਜਿਵੇਂ ਪੁਰਾਣੇ ਸਮੇਂ ਵਿੱਚ ਸ਼੍ਰੀ ਰਾਮ ਚੰਦਰ ਜੀ ਨੂੰ ਉਹਦੀ ਮਾਤਾ ਨੇ 14 ਸਾਲਾਂ ਦਾ ਬਨਵਾਸ ਕੱਟਣ ਲਈ ਕਿਹਾ ਸੀ ਅਤੇ ਸ਼੍ਰੀ ਰਾਮ ਚੰਦਰ ਜੀ ਉਦੋਂ ਹੀ ਕਹਿਣਾ ਮੰਨ ਕੇ 14 ਸਾਲਾਂ ਦਾ ਬਨਵਾਸ ਕੱਟਣ ਲਈ ਚਲੇ ਗਏ ਸਨ। ਇਸੇ ਤਰ੍ਹਾਂ ਹੀ ਤੁਸੀਂ ਸ਼ਰਵਣ ਦੇ ਬਾਰੇ ਵੀ ਸੁਣਿਆ ਹੀ ਹੋਣਾ ਕਿ ਸ਼ਰਵਣ ਕੌਣ ਸੀ? ਜਿਸ ਨੇ ਆਪਣੇ ਅੰਨੇ ਮਾਤਾ ਪਿਤਾ ਨੂੰ ਵੰਗੀ ਦੇ ਵਿੱਚ ਬਿਠਾ ਕੇ ਸਾਰੇ ਚਾਰਾਂ ਧਾਮਾਂ ਦੀ ਯਾਤਰਾ ਕਰਵਾਈ ਸੀ। ਅੰਨੇ ਮਾਤਾ ਪਿਤਾ ਨੂੰ ਵੰਗੀ ਵਿੱਚ ਬਿਠਾ ਕੇ ਪੈਦਲ ਚੱਲ ਕੇ ਤੀਰਥ ਯਾਤਰਾ ਕਰਵਾਈ ਸੀ। ਮੈਡਮ ਜੀ ਗੱਲ ਮੰਨਣ ਵਿੱਚ ਨਹੀਂ ਆਉਂਦੀ। ਬੱਚਿਆਂ ਨੇ ਕਿਹਾ ਕਿ ਇਹ ਜੀ ਤਾਂ ਕੋਈ ਗੱਲ ਮੰਨਣ ਵਿੱਚ ਨਹੀਂ ਆਉਂਦੀ ਕਿ ਹਾਂ ਕੋਈ ਆਪਣੇ ਮਾਤਾ ਪਿਤਾ ਨੂੰ ਵੰਗੀ ਦੇ ਵਿੱਚ ਬਿਠਾ ਕੇ ਪੈਦਲ ਹੀ ਯਾਤਰਾ ਕਰਵਾਏਗਾ। ਫਿਰ ਵੀ ਤੁਸੀਂ ਉਸ ਆਗਿਆਕਾਰੀ ਪੁੱਤਰ ਬਾਰੇ ਸਾਨੂੰ ਦੱਸੋ, ਮੰਨੂ ਬੋਲਿਆ। ਲਿਓ ਫਿਰ ਸੁਣੋ। ਬਹੁਤ ਪੁਰਾਣੀ ਗੱਲ ਹੈ। ਸ਼ਰਵਣ ਨਾਂ ਦਾ ਇੱਕ ਲੜਕਾ ਸੀ। ਉਸ ਦੇ ਮਾਂ-ਬਾਪ ਅੰਨੇ ਸਨ ਕਿ ਇੱਕ ਸ਼ਰਵਣ ਨਾਂ ਦਾ ਮੁੰਡਾ ਹੁੰਦਾ ਸੀ। ਉਸਦੇ ਜੋ ਮਾਤਾ ਪਿਤਾ ਸੀ ਉਹ ਅੰਧੇ ਸੀ। ਉਹ ਆਪਣੇ ਮਾਂ-ਬਾਪ ਦਾ ਇੱਕੋ ਇੱਕ ਪੁੱਤਰ ਸੀ। ਉਹ ਆਪਣੇ ਮਾਂ-ਬਾਪ ਦੀ ਹਰ ਇੱਛਾ ਪੂਰੀ ਕਰਨ ਦੀ ਕੋਸ਼ਿਸ਼ ਕਰਦਾ ਸੀ। ਇੱਕ ਦਿਨ ਮਾਤਾ ਪਿਤਾ ਨੇ ਕਿਹਾ, ਸ਼ਰਵਣ ਹੁਣ ਅਸੀਂ ਬੁੱਢੇ ਹੋ ਚੁੱਕੇ ਹਾਂ, ਅੱਖਾਂ ਦੇ ਨਾ ਦਿਸਣ ਕਰਕੇ ਲਾਚਾਰ ਵੀ ਹਾਂ। ਲਾਚਾਰ ਦਾ ਮਤਲਬ ਹੁੰਦਾ ਹੈ ਮਜਬੂਰ। ਅਸੀਂ ਮਰਨ ਤੋਂ ਪਹਿਲਾਂ ਤੀਰਥਾਂ ਦੀ ਯਾਤਰਾ ਕਰਨੀ ਚਾਹੁੰਦੇ ਹਾਂ, ਸਾਡੀ ਇੱਛਾ ਪੂਰੀ ਕਰੋਗੇ? ਕਿਸਕੇ ਮਾਤਾ ਪਿਤਾ ਨੇ ਕਿਹਾ ਕਿ ਸਾਨੂੰ ਹੁਣ ਦਿਖਣਾ ਬੰਦ ਹੋ ਗਿਆ ਹੈ, ਤੂੰ ਸਾਨੂੰ ਚਾਰੋਂ ਤੀਰਥਾਂ ਦੀ ਯਾਤਰਾ ਕਰਾਏਗਾ, ਸਾਡੀ ਇਸ ਇੱਛਾ ਨੂੰ ਪੂਰੀ ਕਰ ਦੇ। ਕਿਉਂ ਨਹੀਂ ਮਾਤਾ ਪਿਤਾ ਜੀ, ਮੈਂ ਤੁਹਾਡੀ ਇਸ ਇੱਛਾ ਨੂੰ ਜ਼ਰੂਰ ਪੂਰੀ ਕਰਾਂਗਾ। ਇੰਨਾ ਕਹਿੰਦੇ ਹੀ ਸ਼ਰਵਣ ਨੇ ਇੱਕ ਵੰਗੀ ਤਿਆਰ ਕਰਵਾਈ। ਵੰਗੀ ਕੀ ਹੁੰਦਾ? ਇੱਕ ਡੰਡਾ ਜਿਹਾ ਹੁੰਦਾ, ਇਹ ਹੁੰਦੀ ਹੈ ਵੰਗੀ। ਇੱਕ ਵੰਗੀ ਤਿਆਰ ਕਰਵਾਈ। ਇੱਕ ਛਾਬੇ ਵਿੱਚ ਮਾਤਾ ਨੂੰ ਬਿਠਾਇਆ ਅਤੇ ਦੂਜੇ ਛਾਬੇ ਵਿੱਚ ਆਪਣੇ ਪਿਤਾ ਨੂੰ। ਉਸਨੇ ਵੰਗੀ ਉਠਾਈ ਅਤੇ ਉਹਨਾਂ ਨੂੰ ਤੀਰਥ ਯਾਤਰਾ ਕਰਵਾਉਣ ਲਈ ਚੱਲ ਪਿਆ, ਕਿਉਂਕਿ ਉਹਨਾਂ ਦਿਨੀਂ ਆਵਾਜਾਈ ਦੇ ਸਾਧਨ ਨਹੀਂ ਸਨ। ਪਹਿਲੇ ਹੁਣ ਦਾ ਮਤਲਬ ਕਿ ਕਦੇ ਮੋਟਰਸਾਈਕਲ ਹੈ, ਕਾਰ ਹੈ,
ਹਵਾਈ ਜਹਾਜ਼ ਨੇ। ਪਹਿਲਾਂ ਇਹੋ ਜਿਹੀ ਆਵਾਜਾਈ ਦੇ ਕੋਈ ਸਾਧਨ ਨਹੀਂ ਸੀ। ਉਸਨੇ ਆਪਣੇ ਮਾਤਾ ਪਿਤਾ ਨੂੰ ਪੈਦਲ ਹੀ ਸਾਰੇ ਧਾਮਾਂ ਦੀ ਯਾਤਰਾ ਕਰਵਾਈ। ਕਿਤਨਾ ਮਤਲਬ ਕਿ ਔਖਾ ਕੰਮ ਸੀ, ਇਸ ਲਈ ਉਹ ਪੈਦਲ ਹੀ ਚੱਲਦਾ ਰਿਹਾ। ਭਾਵੇਂ ਇਸ ਵਾਸਤੇ ਉਸਨੂੰ ਕਈ ਸਾਲ ਲੱਗ ਗਏ, ਫਿਰ ਵੀ ਉਹ ਨਾ ਡੋਲਿਆ। ਉਹ ਜੰਗਲ ਜੰਗਲ, ਪਿੰਡ ਪਿੰਡ, ਸ਼ਹਿਰ ਸ਼ਹਿਰ ਘੁੰਮਦਾ ਰਿਹਾ। ਮਾਤਾ ਪਿਤਾ ਦੀ ਤੀਰਥ ਯਾਤਰਾ ਦੇ ਅੰਤਮ ਪੜਾਅ ਦਾ ਮਤਲਬ ਮੰਜ਼ਲ ਵਿੱਚ, ਉਹ ਆਪਣੀ ਮਤਲਬ ਤੀਰਥ ਯਾਤਰਾ ਦੇ ਅੰਤਮ ਮੰਜ਼ਲ ਵਿੱਚ ਕਿੱਥੇ ਸੀ? ਉਹ ਰਾਜੇ ਦਸ਼ਰਥ ਦੇ ਰਾਜ ਦੀ ਸੀਮਾ ਵਿੱਚ ਆ ਪਹੁੰਚਿਆ। ਕਿੱਥੇ ਪਹੁੰਚਿਆ ਸੀ? ਅਯੋਧਿਆ। ਉਸਨੇ ਜੰਗਲ ਵਿੱਚ ਵੰਗੀ ਇੱਕ ਥਾਂ 'ਤੇ ਰੱਖੀ ਅਤੇ ਕੁਝ ਦੇਰ ਆਰਾਮ ਕਰਨ ਲਈ ਲੇਟ ਗਿਆ। ਉਸਨੇ ਮਤਲਬ ਕਿ ਸ਼ਰਵਣ ਨੇ ਥੋੜ੍ਹੀ ਦੇਰ ਜੰਗਲ ਵਿੱਚ ਆਰਾਮ ਕਰਨ ਬਾਰੇ ਸੋਚਿਆ ਅਤੇ ਉਹ ਲੇਟ ਗਿਆ। ਮਾਤਾ ਨੇ ਕਿਹਾ, ਬੇਟਾ ਸ਼ਰਵਣ, ਸਾਨੂੰ ਬਹੁਤ ਪਿਆਸ ਲੱਗੀ ਹੈ, ਕਿ ਸਾਨੂੰ ਪਿਆਸ ਲੱਗੀ ਹੈ, ਜੇ ਕਿਤਿਓਂ ਪਾਣੀ ਮਿਲ ਸਕਦਾ ਹੈ ਤਾਂ ਸਾਨੂੰ ਪਾਣੀ ਪਿਲਾ ਦੇ। ਮਾਤਾ ਦੀ ਇੱਛਾ ਨੂੰ ਪੂਰੀ ਕਰਨ ਲਈ ਸ਼ਰਵਣ ਨੇ ਲੋਟਾ ਚੁੱਕਿਆ। ਲੋਟਾ ਮਤਲਬ ਕਿ ਇੱਕ ਗੜਵੀ ਜਿਹੀ ਹੁੰਦੀ ਹੈ, ਅਤੇ ਪਾਣੀ ਲੈਣ ਲਈ ਚੱਲ ਪਿਆ। ਉਹ ਥੋੜ੍ਹੀ ਹੀ ਦੂਰੀ 'ਤੇ ਇੱਕ ਨਦੀ ਵਹਿੰਦੀ ਸੀ। ਨਦੀ ਦਾ ਪਾਣੀ ਬੜਾ ਸਾਫ਼ ਸੀ। ਉਸਨੇ ਲੋਟਾ ਜਾ ਕੇ ਪਾਣੀ ਵਿੱਚ ਡੁਬੋ ਦਿੱਤਾ। ਲੋਟਾ ਡੁੱਬਣ 'ਤੇ ਗੜਗੜ ਦੀ ਆਵਾਜ਼ ਆਈ। ਮਤਲਬ ਪਾਣੀ ਦੇ ਵਿੱਚ ਜਿੱਦਾਂ ਪਾਣੀ ਵਿੱਚ ਲੋਟਾ ਡੁਬਾਇਆ ਤਾਂ ਗੜਗੜ ਦੀ ਆਵਾਜ਼ ਆਈ। ਉਸ ਵੇਲੇ ਰਾਜਾ ਦਸ਼ਰਥ ਉੱਧਰ ਸ਼ਿਕਾਰ ਖੇਡ ਰਿਹਾ ਸੀ। ਰਾਜਾ ਨੇ ਸਮਝਿਆ ਸ਼ਾਇਦ ਕੋਈ ਜੰਗਲੀ ਜਾਨਵਰ ਪਾਣੀ ਨੂੰ ਗੰਦਲਾ ਕਰ ਰਿਹਾ ਹੈ। ਉਸਨੇ ਬਿਨਾਂ ਦੇਖੇ ਹੀ ਤੀਰ ਚਲਾ ਦਿੱਤਾ। ਰਾਜਾ ਦਸ਼ਰਥ ਨੇ ਬਿਨਾਂ ਦੇਖੇ ਹੀ ਤੀਰ ਚਲਾ ਦਿੱਤਾ। ਤੀਰ ਸਿੱਧਾ ਜਾ ਕੇ ਸ਼ਰਵਣ ਦੀ ਛਾਤੀ ਵਿੱਚ ਵੱਜਿਆ। ਉਸਨੇ ਜ਼ੋਰ ਦੀ ਚੀਕ ਮਾਰੀ। ਉਸ ਕਿਸੇ ਬੰਦੇ ਦੀ ਚੀਕ ਸੁਣ ਕੇ ਰਾਜਾ ਉੱਥੋਂ ਦੌੜਿਆ ਆਇਆ। ਉਸਨੇ ਸ਼ਰਵਣ ਨੂੰ ਤੜਫਦੇ ਦੇਖਿਆ। ਜਦੋਂ ਉਸਦਾ ਤੀਰ ਵੱਜ ਗਿਆ ਤਾਂ ਉਸਨੇ ਸ਼ਰਵਣ ਨੂੰ ਤੜਫਦੇ ਹੋਏ ਦੇਖਿਆ। ਸ਼ਰਵਣ ਨੇ ਰਾਜੇ ਨੂੰ ਕਿਹਾ ਕਿ ਇੱਥੇ ਨੇੜੇ ਹੀ ਉਸਦੇ ਅੰਨੇ ਮਾਂ-ਬਾਪ ਪਿਆਸੇ ਬੈਠੇ ਹਨ, ਉਹ ਉਹਨਾਂ ਨੂੰ ਜਾ ਕੇ ਪਾਣੀ ਪਿਲਾ ਦੇਵੇ। ਇੰਨਾ ਕਹਿੰਦੇ ਹੀ ਸ਼ਰਵਣ ਨੇ ਪ੍ਰਾਣ ਤਿਆਗ ਦਿੱਤੇ। ਮਤਲਬ ਕਿ ਉਸ ਬੰਦੇ ਨੂੰ, ਸ਼ਰਵਣ ਨੂੰ ਆਪਣੇ ਮਰਨ ਦਾ ਦੁੱਖ ਨਹੀਂ ਸੀ, ਉਹਨਾਂ ਨੂੰ ਇਹ ਸੀ ਕਿ ਮੇਰੇ ਮਾਂ-ਬਾਪ ਪਿਆਸੇ ਬੈਠੇ ਸਨ, ਕਿ ਉਹਨਾਂ ਨੂੰ ਜਾ ਕੇ ਤੁਸੀਂ ਪਾਣੀ ਪਿਲਾ ਦਿਓ। ਰਾਜਾ ਪਾਣੀ ਲੈ ਕੇ ਸ਼ਰਵਣ ਦੇ ਅੰਨੇ ਮਾਤਾ ਪਿਤਾ ਕੋਲ ਗਿਆ ਅਤੇ ਸ਼ਰਵਣ ਦੇ ਮਰਨ ਬਾਰੇ ਦੱਸਿਆ। ਸ਼ਰਵਣ ਦੇ ਅੰਨੇ ਮਾਤਾ ਪਿਤਾ ਨੇ ਰਾਜੇ ਨੂੰ ਸ਼ਰਾਪ ਦੇ ਦਿੱਤਾ, ਉਹ ਵੀ ਪੁੱਤਰ ਵਿਯੋਗ ਵਿੱਚ ਹੀ ਮਰੇਗਾ। ਪੁੱਤਰ ਵਿਯੋਗ ਮਤਲਬ ਕਿ ਪੁੱਤਰ ਦੇ ਵਿਛੋੜੇ ਕਰਕੇ। ਰਾਜੇ ਦਸ਼ਰਥ ਦੀ ਡੈਥ ਵੀ ਪੁੱਤਰ ਦੇ ਵਿਛੋੜੇ ਕਰਕੇ ਹੀ ਹੋਈ ਸੀ, ਕਿਉਂਕਿ ਜਦੋਂ ਸ਼੍ਰੀ ਰਾਮ ਚੰਦਰ ਜੀ 14 ਸਾਲਾਂ ਦਾ ਵਨਵਾਸ ਕੱਟਣ ਲਈ ਚਲੇ ਗਏ ਸਨ ਤਾਂ ਉਸਦੇ ਵਿਯੋਗ ਦੇ ਵਿੱਚ ਹੀ, ਵਿਛੋੜੇ ਦੇ ਵਿੱਚ ਹੀ ਰਾਜਾ ਦਸ਼ਰਥ ਦੀ ਡੈਥ ਹੋ ਗਈ ਸੀ। ਇੰਨਾ ਕਹਿੰਦੇ ਹੀ ਸ਼ਰਵਣ ਦੇ ਮਾਤਾ ਪਿਤਾ ਨੇ ਵੀ ਪ੍ਰਾਣ ਤਿਆਗ ਦਿੱਤੇ। ਸੋ ਪਿਆਰੇ ਬੱਚਿਓ, ਅਜਿਹੇ ਹੁੰਦੇ ਹਨ ਆਗਿਆਕਾਰੀ ਬੱਚੇ। ਕੀ ਅੱਜ ਦੇ ਸਮੇਂ ਵਿੱਚ ਵੀ ਅਜਿਹੇ ਆਗਿਆਕਾਰੀ ਬੱਚੇ ਹਨ? ਮੈਡਮ ਨੇ ਬੱਚਿਆਂ ਨੂੰ ਪੁੱਛਿਆ। ਤੁਸੀਂ ਵੀ ਦੱਸੋ ਮੈਨੂੰ ਕਿ ਅੱਜ ਦੇ ਸਮੇਂ ਵਿੱਚ ਕੋਈ ਇਹੋ ਜਿਹੇ ਬੱਚੇ ਹੁੰਦੇ ਹਨ ਜੋ ਇੰਨਾ ਕਹਿਣਾ ਮੰਨਦੇ ਹੋਣ ਆਪਣੇ ਮਾਂ ਬਾਪ ਦਾ? ਮੇਰੇ ਖਿਆਲ ਸੇ ਤਾਂ ਨਹੀਂ ਹੈ। ਵੈਸੇ ਬਣਨਾ ਚਾਹੀਦਾ ਹੈ। ਹਰ ਬੱਚੇ ਨੂੰ ਆਪਣੇ ਮਾਤਾ ਪਿਤਾ ਦਾ, ਆਪਣੇ ਗੁਰੂਆਂ ਦਾ, ਆਪਣੇ ਵੱਡਿਆਂ ਦਾ, ਸਾਰਿਆਂ ਦੀ ਆਗਿਆ ਦੀ ਪਾਲਣਾ ਕਰਨੀ ਚਾਹੀਦੀ ਹੈ। ਬੱਚਿਆਂ ਨੂੰ ਚੁੱਪ ਵੇਖ ਕੇ ਮੈਡਮ ਬੋਲੇ, ਬੱਚਿਓ ਤੁਸੀਂ ਵੀ ਆਗਿਆਕਾਰੀ ਬੱਚੇ ਬਣ ਸਕਦੇ ਹੋ ਜੇ ਮਨ ਵਿੱਚ ਧਾਰ ਲਵੋ। ਜ਼ਿੰਦਗੀ ਵਿੱਚ ਕੋਈ ਵੀ ਅਜਿਹਾ ਕੰਮ ਨਹੀਂ ਜੋ ਤੁਸੀਂ ਨਹੀਂ ਕਰ ਸਕਦੇ। ਮਨ ਵਿੱਚ ਧਾਰ ਲੈਣਾ ਮਤਲਬ ਕਿ ਜੇਕਰ ਤੁਸੀਂ ਆਪਣੇ ਪੱਕਾ ਇਰਾਦਾ ਕਰ ਲਵੋ ਤਾਂ ਕੋਈ ਵੀ ਅਜਿਹਾ ਕੰਮ ਨਹੀਂ ਜਿਹੜਾ ਮੁਸ਼ਕਿਲ ਹੋਵੇ। ਸਭ ਬੱਚਿਆਂ ਨੇ ਦੋਵੇਂ ਹੱਥ ਖੜ੍ਹੇ ਕਰਕੇ ਮੈਡਮ ਨਾਲ ਵਾਅਦਾ ਕੀਤਾ ਕਿ ਉਹ ਵੀ ਆਗਿਆਕਾਰੀ ਬੱਚੇ ਬਣਨਗੇ। ਇਹ ਸੀ ਤੁਹਾਡਾ ਲੈਸਨ ਆਗਿਆਕਾਰੀ ਬੱਚੇ। ਇਸ ਲੈਸਨ ਦੇ ਵਿੱਚ ਬਸ ਸਾਨੂੰ ਆਹੀ ਦੱਸਿਆ ਗਿਆ ਹੈ ਕਿ ਸਾਨੂੰ ਆਗਿਆਕਾਰੀ ਆਪਣੇ ਮਾਤਾ ਪਿਤਾ ਦੀ, ਆਪਣੇ ਵੱਡਿਆਂ ਦੀ ਆਗੇ ਦੀ ਪਾਲਣਾ ਕਰਨੀ ਚਾਹੀਦੀ ਹੈ। ਤੁਹਾਨੂੰ ਵੀ ਸ਼ਰਵਣ ਦੇ ਵਾਂਗੂ ਆਗਿਆਕਾਰੀ ਬਣਨਾ ਚਾਹੀਦਾ ਹੈ। ਤੁਸੀਂ ਮਤਲਬ ਕਿ ਪੂਰੀ ਤਰੀਕੇ ਸੇ ਨਹੀਂ ਬਣ ਸਕਦੇ ਤਾਂ ਕੋਸ਼ਿਸ਼ ਤਾਂ ਕਰ ਸਕਦੇ ਹੋ ਨਾ, ਕਿ ਆਪਣੇ ਵੱਡਿਆਂ ਦਾ, ਆਪਣੇ ਟੀਚਰਸ ਦਾ, ਆਪਣੇ ਮਾਂ ਬਾਪ ਦਾ, ਸਾਰਿਆਂ ਦਾ ਕਹਿਣਾ ਮੰਨ ਲਵੋ। ਇਹ ਤੁਹਾਡਾ ਲੈਸਨ ਹੈ। ਅਤੇ ਇਸ ਲੈਸਨ ਤੋਂ ਕੀ ਸਿੱਖਿਆ ਮਿਲਦੀ ਹੈ? ਸਾਨੂੰ ਇਹੀ ਸਿੱਖਿਆ ਮਿਲਦੀ ਹੈ ਕਿ ਸਾਨੂੰ ਆਪਣੇ ਵੱਡਿਆਂ ਦੀ ਆਗਿਆ ਦੀ ਪਾਲਣਾ ਕਰਨੀ ਚਾਹੀਦੀ ਹੈ। ਠੀਕ ਹੈ ਬੱਚੇ, ਜੇਕਰ ਇਸ ਲੈਸਨ ਵਿੱਚ ਕੁਝ ਨਹੀਂ ਸਮਝ में आया तो तुसी मैनू फ़ोन करके पूछ लेना। तुहानू नेक्स्ट डे जो भी मतलब कि अगला दिन होएगा आपके काम करने का, उस दिन मैं आपको इसका क्वेश्चन आंसर और बुक वर्क सेंड कर दूँगी। ठीक है बच्चे, थैंक यू बच्चे, हैव अ नाइस डे।